ਇੱਕ ਵਾਰ ਮਹਾਤਮਾ ਬੁੱਧ ਕਿਸੇ ਪਿੰਡ ਵਿੱਚ ਪ੍ਰਵਚਨ ਦੇ ਰਹੇ ਸੀ। ਉਹ ਆਪਣੀ ਗੱਲ ਖਤਮ ਕਰਦੇ ਹੋਏ ਬੋਲੇ ਕਿ ਹਰ ਇੱਕ ਮਨੁੱਖ ਦੇ ਦੁੱਖ ਦਾ ਕਾਰਨ ਹੈ ਆਪਣੇ ਆਪ ਨੂੰ ਕਿਸੇ ਚੀਜ਼ ਨਾਲ ਬੰਨ੍ਹ ਲੈਣਾ। ਜਿੱਥੇ ਵੀ ਮੋਹ ਪਿਆਰ ਦਾ ਬੰਧਨ ਹੁੰਦਾ ਹੈ, ਦੁੱਖ ਉੱਥੇ ਆਪਣੇ ਆਪ ਹੀ ਆ ਜਾਂਦਾ ਏ। ਇਸ ਲਈ ਰੁਕਾਵਟਾਂ ਨੂੰ ਪਹਿਚਾਣ ਕੇ ਉਹਨਾਂ ਤੋਂ ਖਹਿੜਾ ਛੁਡਾਉਣ ਦਾ ਯਤਨ ਹਮੇਸ਼ਾ ਹੀ ਕਰਨਾ ਚਾਹੀਦਾ ਹੈ। ਇੰਨਾ ਕਹਿਣ ਤੋਂ ਬਾਅਦ ਉਹ ਸਭ ਲੋਕਾਂ ਨੂੰ ਆਸ਼ੀਰਵਾਦ ਦੇ ਕੇ ਆਪਣੇ ਆਸ਼ਰਮ ਵਿੱਚ ਚਲੇ ਗਏ। ਅਗਲੇ ਦਿਨ ਇੱਕ ਵਿਅਕਤੀ ਉਹਨਾਂ ਕੋਲ ਆਉਂਦਾ ਏ। ਉਸਨੇ ਮਹਾਤਮਾ ਬੁੱਧ ਨੂੰ ਪ੍ਰਣਾਮ ਕੀਤਾ ਤੇ ਬੋਲਿਆ ਕਿ ਹੇ ਮਹਾਤਮਾ, ਕੱਲ ਮੈਂ ਤੁਹਾਡਾ ਪ੍ਰਵਚਨ ਸੁਣਿਆ ਸੀ। ਤੁਹਾਡੀਆਂ ਉਹ ਗੱਲਾਂ ਮੇਰੇ ਦਿਲ ਵਿੱਚ ਘਰ ਘਰ ਗਈਆਂ। ਮੈਂ ਆਪਣੇ ਸਾਰੇ ਬੰਧਨਾਂ ਨੂੰ ਤੋੜ ਦਿੱਤਾ ਏ ਤੇ ਸਾਰੀ ਮੋਹ ਮਾਇਆ ਦਾ ਤਿਆਗ ਵੀ ਕਰ ਦਿੱਤਾ ਏ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦਾ ਹਾਂ। ਉਸ ਮਨੁੱਖ ਦੀਆਂ ਗੱਲਾਂ ਸੁਣ ਕੇ ਮਹਾਤਮਾ ਬੁੱਧ ਥੋੜਾ ਮੁਸਕਰਾ ਕੇ ਬੋਲੇ ਕਿ ਬੇਟਾ, ਮੈਨੂੰ ਥੋੜਾ ਖੁੱਲ ਕੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਤੂੰ ਕਿਹੜੇ-ਕਿਹੜੇ ਬੰਧਨ ਤੋੜ ਦਿੱਤੇ ਨੇ। ਉਸ ਸ਼ਖਸ ਨੇ ਕਿਹਾ, ਮੇਰੇ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਮੇਰੀ ਪਤਨੀ ਮੇਰੇ ਨਾਲ ਰਹਿੰਦੇ ਨੇ। ਮੇਰਾ ਇੱਕ ਛੋਟਾ ਜਿਹਾ ਬੱਚਾ ਵੀ ਏ ਤੇ ਮੇਰੀ ਪਤਨੀ ਵੀ ਕਾਫੀ ਬਿਮਾਰ ਰਹਿੰਦੀ ਏ। ਉਸ ਦਾ ਦੁੱਖ ਦੇਖ ਕੇ ਮੈਂ ਅਕਸਰ ਸੋਚਦਾ ਸੀ ਕਿ ਜੇਕਰ ਉਹ ਨਾ ਹੀ ਹੋਵੇ ਤਾਂ ਉਸ ਦਾ ਇਸ ਦੁੱਖ ਤਕਲੀਫ ਤੋਂ ਖਹਿੜਾ ਛੁੱਟ ਜਾਵੇਗਾ। ਉਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਦੁਖੀ ਰਹਿਣਾਗਾ। ਪਰ ਕੱਲ ਤੁਹਾਡਾ ਪ੍ਰਵਚਨ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪਰਿਵਾਰ ਨਾਲ ਮੋਹ ਹੀ ਮੇਰੇ ਸਾਰੇ ਦੁੱਖਾਂ ਦਾ ਕਾਰਨ ਏ। ਜੇਕਰ ਮੈਂ ਇਹਨਾਂ ਉਲਝਣਾਂ ਵਿੱਚ ਹੀ ਉਲਝਿਆ ਰਿਹਾ ਤਾਂ ਮੈਂ ਕਦੇ ਵੀ ਜ਼ਿੰਦਗੀ ਦੀ ਸੱਚਾਈ ਨੂੰ ਨਹੀਂ ਜਾਣ ਪਾਵਾਂਗਾ। ਇਸ ਲਈ ਮੈਂ ਆਪਣੇ ਘਰ ਪਰਿਵਾਰ ਨੂੰ ਤਿਆਗ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤਾਂ ਮਹਾਤਮਾ ਬੁੱਧ ਨੇ ਸਵਾਲ ਕੀਤਾ ਕਿ ਤੂੰ ਸੱਚਮੁੱਚ ਹੀ ਸਾਰੇ ਬੰਧਨਾਂ ਤੋਂ ਮੁਕਤ ਹੋ ਗਿਆ ਏ? ਦੇਖ ਲੈ, ਕਿਤੇ ਕੋਈ ਬੰਧਨ ਰਹਿ ਨਾ ਗਿਆ ਹੋਵੇ। ਉਸ ਬੰਦੇ ਨੇ ਨਾਂ ਵਿੱਚ ਸਿਰ ਹਿਲਾਉਂਦੇ ਕਿਹਾ ਕਿ ਹੇ ਮਹਾਤਮਾ, ਮੈਂ ਜ਼ਿੰਦਗੀ ਦੇ ਸਾਰੇ ਬੰਧਨ ਪਿੱਛੇ ਹੀ ਛੱਡ ਆਇਆ ਹਾਂ ਤੇ ਹੁਣ ਮੈਂ ਬਹੁਤ ਅੱਗੇ ਵਧਣਾ ਚਾਹੁੰਦਾ ਹਾਂ। ਮਹਾਤਮਾ ਬੁੱਧ ਨੇ ਕਿਹਾ ਕਿ ਜੇਕਰ ਇਹ ਗੱਲ ਏ ਤਾਂ ਫਿਰ ਠੀਕ ਏ, ਅੱਜ ਤੁਸੀਂ ਇਸ ਆਸ਼ਰਮ ਵਿੱਚ ਹੀ ਠਹਿਰ ਜਾਓ। ਮੈਂ ਤੁਹਾਨੂੰ ਕੱਲ ਦੱਸਾਂਗਾ ਕਿ ਤੁਸੀਂ ਅੱਗੇ ਕੀ ਕਰਨਾ ਏ। ਇੰਨਾ ਕਹਿ ਕੇ ਬੁੱਧ ਨੇ ਆਪਣੇ ਚੇਲੇ ਵੱਲ ਇਸ਼ਾਰਾ ਕੀਤਾ ਤਾਂ ਚੇਲਾ ਉਸ ਆਦਮੀ ਨੂੰ ਆਸ਼ਰਮ ਦੇ ਇੱਕ ਕਮਰੇ ਵਿੱਚ ਲੈ ਗਿਆ। ਉਹ ਸ਼ਖਸ ਪੂਰੀ ਉਤਸੁਕਤਾ ਨਾਲ ਆਸ਼ਰਮ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਦੇਖ ਰਿਹਾ ਸੀ। ਇਹ ਸਭ ਕੁਝ ਦੇਖ ਕੇ ਉਹ ਬਹੁਤ ਖੁਸ਼ ਹੋ ਰਿਹਾ ਸੀ ਤੇ ਆਪਣੀ ਕਿਸਮਤ ਉੱਪਰ ਮਾਣ ਮਹਿਸੂਸ ਕਰ ਰਿਹਾ ਸੀ। ਅਗਲੇ ਦਿਨ ਹੀ ਮਹਾਤਮਾ ਬੁੱਧ ਨੇ ਉਸ ਨੂੰ ਇੱਕ ਕੰਮ ਸੌਂਪਦੇ ਹੋਏ ਕਿਹਾ ਕਿ ਤੈਨੂੰ ਪੂਰਬ ਦਿਸ਼ਾ ਵੱਲ ਜਾਣਾ ਪਵੇਗਾ। ਪੂਰਬ ਦਿਸ਼ਾ ਵੱਲ ਜਾਂਦੇ ਹੋਏ ਰਸਤੇ ਵਿੱਚ ਇੱਕ ਪਿੰਡ ਆਵੇਗਾ ਤੇ ਪਿੰਡ ਦੇ ਬਾਹਰ ਹੀ ਇੱਕ ਘਰ ਦੇ ਵਿੱਚ ਇੱਕ ਔਰਤ ਰਹਿੰਦੀ ਏ। ਉਹ ਤੈਨੂੰ ਇੱਕ ਚੀਜ਼ ਦੇਵੇਗੀ, ਬਸ ਤੂੰ ਉਸ ਨੂੰ ਲੈ ਕੇ ਮੇਰੇ ਕੋਲ ਆਉਣਾ ਏ। ਉਹ ਵਿਅਕਤੀ ਮਹਾਤਮਾ ਬੁੱਧ ਤੋਂ ਆਗਿਆ ਲੈ ਕੇ ਪੂਰਬ ਦਿਸ਼ਾ ਵੱਲ ਚੱਲ ਪੈਂਦਾ ਏ। ਗਰਮੀ ਦਾ ਮੌਸਮ ਸੀ। ਕੁਝ ਸਮੇਂ ਬਾਅਦ ਹੀ ਉਹ ਬਹੁਤ ਜ਼ਿਆਦਾ ਪਸੀਨੇ ਨਾਲ ਭਿੱਜ ਜਾਂਦਾ ਏ। ਗਰਮੀ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਜੇਕਰ ਇਸ ਵਕਤ ਮੈਂ ਆਪਣੇ ਘਰੇ ਹੁੰਦਾ ਤਾਂ ਇਸ ਤਰ੍ਹਾਂ ਪਸੀਨਾ ਨਾ ਬਹਾਉਣਾ ਪੈਂਦਾ। ਕੁਝ ਦੂਰ ਹੋਰ ਚੱਲ ਕੇ ਉਸ ਨੂੰ ਭੁੱਖ ਵੀ ਲੱਗ ਜਾਂਦੀ ਏ, ਪਰ ਰਸਤਾ ਸੁੰਨਸਾਨ ਹੋਣ ਕਰਕੇ ਉੱਥੇ ਖਾਣ ਲਈ ਵੀ ਕੁਝ ਨਹੀਂ ਸੀ, ਕਿਉਂਕਿ ਨਾ ਤਾਂ ਕੋਈ ਪਾਣੀ ਦਾ ਤਲਾਬ ਨੇੜੇ ਤੇੜੇ ਸੀ ਤੇ ਨਾ ਹੀ ਕੋਈ ਰੁੱਖ ਉਸ ਨੂੰ ਦਿਖਾਈ ਦੇ ਰਿਹਾ ਸੀ। ਉਹ ਸੋਚ ਰਿਹਾ ਸੀ ਜੇਕਰ ਇਸ ਵੇਲੇ ਮੈਂ ਘਰੇ ਹੁੰਦਾ ਤਾਂ ਮੇਰੇ ਅੱਗੇ ਬਹੁਤ ਸਵਾਦਿਸ਼ਟ ਭੋਜਨ ਪਰੋਸ ਦਿੱਤਾ ਜਾਂਦਾ। ਪਤਾ ਨਹੀਂ ਕਿਉਂ ਮਹਾਤਮਾ ਬੁੱਧ ਨੇ ਮੈਨੂੰ ਇੰਨੀ ਗਰਮੀ ਵਿੱਚ ਇਸ ਸੁੰਨਸਾਨ ਰਾਹ ਤੇ ਭੇਜ ਦਿੱਤਾ ਏ।
ਕਾਫੀ ਦੇਰ ਚੱਲਣ ਤੋਂ ਬਾਅਦ ਆਖਿਰ ਉਹ ਉਸ ਪਿੰਡ ਵਿੱਚ ਪਹੁੰਚ ਜਾਂਦਾ ਏ। ਉਸ ਪਿੰਡ ਦੇ ਬਾਹਰ ਹੀ ਇੱਕ ਕੱਚਾ ਜਿਹਾ ਘਰ ਬਣਿਆ ਹੋਇਆ ਸੀ। ਉਸਨੇ ਜਾ ਕੇ ਹੌਲੀ ਜਿਹੀ ਦਰਵਾਜ਼ਾ ਖੜਕਾਇਆ। ਜਿਸ ਔਰਤ ਨੇ ਦਰਵਾਜ਼ਾ ਖੋਲ੍ਹਿਆ ਉਹ ਇੱਕ ਸਾਧਿਕਾ ਸੀ। ਉਸਦੇ ਚਿਹਰੇ ਤੇ ਇੱਕ ਵੱਖਰੀ ਜਿਹੀ ਚਮਕ ਸੀ। ਉਹ ਬੰਦਾ ਉਸਨੂੰ ਦੇਖ ਕੇ ਮੋਹਿਤ ਹੋ ਗਿਆ। ਉਸ ਔਰਤ ਨੇ ਉਸ ਦਾ ਆਦਰ ਸਤਿਕਾਰ ਕਰਦੇ ਹੋਏ ਕਿਹਾ ਕਿ ਮੈਂ ਜਾਣਦੀ ਹਾਂ ਤੁਹਾਨੂੰ ਮਹਾਤਮਾ ਬੁੱਧ ਨੇ ਭੇਜਿਆ ਏ, ਤੁਸੀਂ ਅੰਦਰ ਆ ਜਾਓ। ਉਹ ਸ਼ਖਸ ਅੰਦਰ ਚਲਾ ਗਿਆ। ਅੰਦਰ ਜਾ ਕੇ ਉਹ ਸਾਦੇ ਪਾਣੀ ਨਾਲ ਹੱਥ ਮੂੰਹ ਧੋ ਕੇ ਉੱਥੇ ਵਿਛਾਈ ਹੋਈ ਇੱਕ ਚਟਾਈ ਤੇ ਬੈਠ ਗਿਆ। ਸਾਧਿਕਾ ਨੇ ਉਸ ਅੱਗੇ ਇੱਕ ਭੋਜਨ ਦੀ ਥਾਲੀ ਰੱਖ ਦਿੱਤੀ। ਉਹ ਜਲਦੀ ਨਾਲ ਉਸ ਪਰੋਸੇ ਹੋਏ ਖਾਣੇ ਨੂੰ ਖਾਣ ਲੱਗ ਪਿਆ। ਖਾਣਾ ਖਾਂਦੇ ਸਮੇਂ ਅਚਾਨਕ ਉਸ ਦੀ ਨਿਗਾਹ ਉਸ ਔਰਤ ਦੇ ਪੈਰਾਂ ਤੇ ਪਈ। ਉਸ ਔਰਤ ਦੇ ਪੈਰ ਬਹੁਤ ਹੀ ਸੋਹਣੇ ਸੀ। ਉਹ ਉਸ ਦੇ ਪੈਰਾਂ ਨੂੰ ਦੇਖ ਕੇ ਦੰਗ ਹੀ ਰਹਿ ਜਾਂਦਾ ਏ। ਤਦ ਹੀ ਉਸ ਔਰਤ ਨੇ ਉਸ ਦਾ ਧਿਆਨ ਭੰਗ ਕਰਦੇ ਹੋਏ ਕਿਹਾ ਕਿ ਜਿਹਨੂੰ ਬੁੱਧ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਏ ਫਿਰ ਉਸ ਨੂੰ ਕਿਸੇ ਹੋਰ ਦੇ ਚਰਨਾਂ ਦੀ ਲੋੜ ਨਹੀਂ ਪੈਂਦੀ। ਇਹ ਗੱਲ ਸੁਣ ਕੇ ਉਹ ਵਿਅਕਤੀ ਸ਼ਰਮਸਾਰ ਹੋ ਜਾਂਦਾ ਏ। ਉਹ ਨਜ਼ਰਾਂ ਝੁਕਾ ਕੇ ਚੁੱਪਚਾਪ ਭੋਜਨ ਕਰਨ ਲੱਗ ਜਾਂਦਾ ਏ। ਭੋਜਨ ਕਰਨ ਤੋਂ ਬਾਅਦ ਉਸ ਔਰਤ ਨੇ ਕਿਹਾ ਕਿ ਤੁਸੀਂ ਬੜੀ ਦੂਰੋਂ ਆਏ ਹੋ, ਤੁਸੀਂ ਬਹੁਤ ਥੱਕ ਗਏ ਹੋਵੋਗੇ। ਇਸੇ ਚਟਾਈ ਤੇ ਥੋੜੀ ਦੇਰ ਆਰਾਮ ਕਰ ਲਵੋ, ਮੈਂ ਤੁਹਾਨੂੰ ਪੱਖੀ ਝੱਲ ਦਿੰਨੀ ਆ। ਉਹ ਸ਼ਖਸ ਵਾਕਈ ਬਹੁਤ ਥੱਕਿਆ ਹੋਇਆ ਸੀ। ਉਹ ਉਸ ਚਟਾਈ ਤੇ ਅੱਖਾਂ ਬੰਦ ਕਰਕੇ ਲੇਟ ਜਾਂਦਾ ਏ ਤੇ ਸਾਧਿਕਾ ਨੇ ਉਸ ਨੂੰ ਪੱਖੀ ਝੱਲਣੀ ਸ਼ੁਰੂ ਕਰ ਦਿੱਤੀ। ਪਰ ਫਿਰ ਵੀ ਉਸ ਸ਼ਖਸ ਦੇ ਮਨ ਨੂੰ ਚੈਨ ਨਹੀਂ ਸੀ। ਉਸਨੇ ਹੌਲੀ ਜਿਹੀ ਆਪਣੀਆਂ ਪਲਕਾਂ ਖੋਲੀਆਂ ਤੇ ਚੋਰੀ-ਚੋਰੀ ਉਸ ਸਾਧਿਕਾ ਨੂੰ ਦੇਖਣ ਲੱਗ ਪਿਆ। ਉਹ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਔਰਤ ਕਿੰਨੀ ਸੋਹਣੀ ਏ, ਹੋਰ ਤੇ ਹੋਰ ਇਹ ਤਾਂ ਬੋਲਦੀ ਵੀ ਕਿੰਨੇ ਪਿਆਰ ਨਾਲ ਏ। ਜੇਕਰ ਇਸ ਦੇ ਨਾਲ ਮੇਰਾ ਵਿਆਹ ਹੋ ਜਾਂਦਾ ਤਾਂ ਮੇਰੀ ਜ਼ਿੰਦਗੀ ਸਵਰਗ ਵਰਗੀ ਹੋਣੀ ਸੀ। ਉਹ ਔਰਤ ਉਸ ਦੇ ਮਨ ਦੀ ਗੱਲ ਭਾਂਪ ਲੈਂਦੀ ਏ। ਉਹ ਸਾਧਿਕਾ ਬੋਲਦੀ ਏ ਕਿ ਸਰੀਰ ਵਿੱਚ ਕੁਝ ਨਹੀਂ ਰੱਖਿਆ, ਇਹ ਸਿਰਫ ਮਾਸ ਤੇ ਹੱਡੀਆਂ ਦਾ ਇੱਕ ਢਾਂਚਾ ਏ। ਜੋ ਇਨਸਾਨ ਇਸ ਦੀ ਖਿੱਚ ਤੋਂ ਮੁਕਤ ਹੋ ਜਾਂਦਾ ਏ ਉਹੀ ਸੱਚ ਨੂੰ ਪਾ ਸਕਦਾ ਏ। ਐਨੀ ਗੱਲ ਸੁਣ ਕੇ ਉਹ ਸ਼ਖਸ ਘਬਰਾ ਜਾਂਦਾ ਏ ਤੇ ਉੱਠ ਕੇ ਬੈਠ ਜਾਂਦਾ ਏ। ਉਹ ਬੋਲਿਆ ਕਿ ਹੁਣ ਮੈਨੂੰ ਮਹਾਤਮਾ ਬੁੱਧ ਕੋਲ ਵਾਪਸ ਚਲੇ ਜਾਣਾ ਚਾਹੀਦਾ ਏ। ਤੁਸੀਂ ਮੈਨੂੰ ਉਹ ਚੀਜ਼ ਦੇ ਦਿਓ ਜਿਸ ਲਈ ਮਹਾਤਮਾ ਬੁੱਧ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਏ। ਉਸ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮਹਾਤਮਾ ਬੁੱਧ ਨੇ ਤੁਹਾਨੂੰ ਜਿਹੜੇ ਕੰਮ ਲਈ ਭੇਜਿਆ ਸੀ ਉਹ ਹੋ ਚੁੱਕਿਆ ਏ। ਹੁਣ ਤੁਸੀਂ ਇੱਥੋਂ ਵਾਪਸ ਜਾ ਸਕਦੇ ਹੋ। ਇਹ ਗੱਲ ਉਸ ਬੰਦੇ ਦੀ ਸਮਝ ਤੋਂ ਬਾਹਰ ਸੀ। ਉਹ ਉੱਥੋਂ ਜਾਣ ਲੱਗਿਆ ਪਰ ਦਰਵਾਜ਼ੇ ਵਿੱਚ ਜਾ ਕੇ ਰੁਕ ਜਾਂਦਾ ਏ। ਉਸਨੇ ਪਲਟ ਕੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਅੰਤਰਜਾਮੀ ਹੋ, ਤੁਸੀਂ ਮੇਰੇ ਮਨ ਵਿੱਚ ਚੱਲ ਰਹੀਆਂ ਗੱਲਾਂ ਨੂੰ ਕਿਸ ਤਰ੍ਹਾਂ ਜਾਣ ਲਿਆ। ਉਸ ਸਾਧਿਕਾ ਨੇ ਇੱਕ ਵਾਰ ਫਿਰ ਮੁਸਕਰਾ ਕੇ ਕਿਹਾ, ਮਹਾਤਮਾ ਬੁੱਧ ਦੀ ਕਿਰਪਾ ਨਾਲ ਮੈਂ ਮੋਹ ਮਾਇਆ ਤੋਂ ਉੱਪਰ ਉੱਠ ਚੁੱਕੀ ਹਾਂ, ਇਸ ਲਈ ਭਾਵਨਾਵਾਂ ਨੂੰ ਸਮਝਣ ਦੇ ਯੋਗ ਹੋ ਗਈ ਹਾਂ। ਇਸੇ ਲਈ ਹੀ ਕਿਸੇ ਦਾ ਵੀ ਚਿਹਰਾ ਦੇਖ ਕੇ ਉਸ ਇਨਸਾਨ ਦੇ ਮਨ ਦੀ ਗੱਲ ਸਮਝ ਲੈਂਦੀ ਹਾਂ। ਉਸ ਸਾਧਿਕਾ ਦੀਆਂ ਗੱਲਾਂ ਸੁਣ ਕੇ ਉਹ ਵਿਅਕਤੀ ਇੱਕ ਵਾਰ ਫਿਰ ਨੀਵੀਂ ਪਾ ਲੈਂਦਾ ਏ ਤੇ ਆਪਣੇ ਮਨ ਵਿੱਚ ਸੋਚਦਾ ਏ ਕਿ ਜਿਹੜੀ ਔਰਤ ਨੇ ਸੱਚੇ ਮਨ ਨਾਲ ਮੇਰੀ ਇੰਨੀ ਸੇਵਾ ਕੀਤੀ, ਮੈਂ ਉਸ ਬਾਰੇ ਹੀ ਪਤਾ ਨਹੀਂ ਕੀ ਸੋਚ ਰਿਹਾ ਸੀ। ਇਸ ਤੋਂ ਬਾਅਦ ਉਹ ਮਹਾਤਮਾ ਬੁੱਧ ਦੇ ਆਸ਼ਰਮ ਵੱਲ ਚੱਲ ਪੈਂਦਾ ਏ। ਆਸ਼ਰਮ ਵਿੱਚ ਆ ਕੇ ਉਹ ਮਹਾਤਮਾ ਬੁੱਧ ਦੇ ਪੈਰਾਂ ਵਿੱਚ ਡਿੱਗ ਜਾਂਦਾ ਏ ਤੇ ਬੋਲਿਆ ਕਿ ਹੇ ਮਹਾਤਮਾ, ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਵੱਡਾ ਪਾਪੀ ਹਾਂ। ਉਸ ਸ਼ਖਸ ਦੀ ਗੱਲ ਸੁਣ ਕੇ ਮਹਾਤਮਾ ਬੁੱਧ ਹੱਸ ਪੈਂਦੇ ਨੇ। ਉਹ ਬੋਲਦੇ ਨੇ
मैं तैनू उत्थे भेजिया ही इस करके सी कि तू अपने आप नू समझ लवें कि हुण भी तू मोह दे बंधन दा त्याग वाकई कर दिता है। ओ व्यक्ति कुछ ना बोलिया, बस नीमी पा के चुपचाप खड़ा रहिंदा है। महात्मा बुद्ध ने कहा कि बाहरी मोह ते बंधना नू त्याग देण नाल असीं मुक्त नहीं हो जांदे। दरअसल असल विच तां मोह ते बंधन साडे अंदर हुंदे ने। तू अपने परिवार नू छड्ड के सोचिया कि तू बंधना तो मुक्त हो गया, पर जिवें ही तैनू मौका मिलिया तां तेरे अंदर मोह जाग पिया। इस वजह नाल ही अज तू अपने आप नू पापी मन रहा है। उस बंदे ने हथ बन के कहा कि हे महात्मा मैनू माफ कर दियो। ते फिर अगे बोलदा है, तुसी ठीक कह रहे हो, मैं सिर्फ अपनी घरवाली तो खैड़ा छुड़ाउणा चाहुंदा सी। ओह बहुत बीमार रहिंदी है, साडे संबंध भी कोई बहुते वधिया नहीं रहे ते मैं कमाई भी बहुत घट करदागा, जिस दी वजह करके मैं परिवार दा पालन पोषण भी सही ढंग नाल नहीं कर पा रहा। शायद इसे करके ही मैं अपने परिवार तो खैड़ा छुड़ाउणा चाहुंदा सी, पर हुण मैनू इस गल दी समझ आ गई है कि मेरा परिवार ही मेरा सच है। अपने फर्जां दी पालना करना ही मेरा असली कर्म है। उस शख्स दियां ये गल्लां सुन के महात्मा बुद्ध ने कहा, मेरियां गल्लां मेरे अनुभवां दे आधार ते हुंदियां ने। लोक मेरियां गल्लां नू सुण तां लैंदे ने, पर अपने स्वाद अनुसार ही उन्हां गल्लां नू अपनाउंदे ने। इसलिए मोह माया इच्छा कामना वासना ते क्रोध नू लोक बाहर लभदे ने, जद कि ये सारियां चीजां तां साडे अंदर ही हुंदियां ने। असीं दूसरियां नू देख के तरह तरह दियां कामनावां करन लग जांदे हां। कामनावां तो इच्छावां जन्म लैंदियां ने, इच्छा नाल वासना जन्म लैंदी है। वासना दी पूर्ति ना होण नाल साडे अंदर क्रोध पैदा हो जांदा है। ये सारियां चीजां एक दूजे नाल जुड़ियां हुंदियां ने। गुस्से लई असीं हमेशा दूसरियां नू जिम्मेवार ठहराउंदे हां, जद कि क्रोध दा बीज तां साडे अंदर ही हुंदा है। जेकर तुसीं चाहोगे तां तुहानू गुस्सा आवेगा, जेकर तुसीं नहीं चाहोगे तां गुस्सा नहीं आवेगा। इसे तरह बंधन बाहर नहीं हुंदे, साडे मन विच ही हुंदे ने। असीं मनों ही किसे दे नाल बन्ने जांदे हां ते मन दे करके ही असीं दुखी हुंदे हां। जो इंसान इन्हां गल्लां दी गहराई तक पहुंच जांदा है, ओह दुखां तो हमेशा लई छुटकारा पा लैंदा है। सो दोस्तों, उम्मीद करते हाँ कि अज दी कहानी तुहानू पसंद आई होगी। इहो जिहियां होर मोटिवेशन कहानियां लई प्लीज़ चैनल नू सबसक्राइब एंड वीडियो नू लाइक जरूर करना, तां जो साडी अगली कहानी वीडियो सब तो पहला तुहानू मिल सके।